ਧੰਨ ਵਾਖੇ ਗੁਰੂ ਸਾਹਿਬ ਜੀਓ। ਧੰਨ ਵਾਖੇ ਗੁਰੂ ਸਾਹਿਬ ਜੀਓ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ। ਮਾਧੋ ਹਮ ਐਸੇ ਤੂੰ ਐਸਾ। ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾकुर ਦੇਸਾ। परम सन्मान योग धर्म दी चादर, दीन रक्षक, संकट हरण, हर थां ते भावना सहित चेते करन वाले दी मदद करन वाले, जिन्हां दा नाम रसना तो बोलिए, मन करके सिमरिए, ते उस सिमरन दी बदौलत इंसान दा घर दीन दुनी दे खजाने नाल भरपूर हो जाए। उस शहीद सतगुरु गुरु तेग बहादुर साहब महाराज जी दे शहादत वाला अस्थान गुरुद्वारा शीश गंज साहिब जी विखे दिल्ली सिख गुरुद्वारा प्रबंधक कमेटी वालों आप संगत दे सहयोग सदका सतगुरु गुरु हरकृष्ण साहब जी दे आगमन दिहाड़े दी पूर्व संध्या विशेष गुरमत दीवान आयोजित किए गए ने। अमृत गुरबाणी दा कीर्तन सन्मान योग भाई साहब भाई रविंदर सिंह जी, हजूरी कीर्तनीय श्री दरबार साहब श्री अमृतसर साहब जी सानू सरवण करा रहे सन। आओ साध संगत, आप जितने हजूर दे चरना विच हाजिर हो
ਜਾਂ ਆਪ ਦੇਸ਼ ਪਰਦੇਸ਼ ਵਿੱਚ ਇਸ ਇਲੈਕਟ੍ਰੋਨਿਕ ਮੀਡੀਆ ਰਾਹੀਂ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਰਹੇ ਹੋ, ਅਸੀਸ ਬਖਸ਼ੋ ਤਾਂ ਜੋ ਆਪ ਨਾਲ ਨਿਰਧਾਰਿਤ ਸਮੇਂ ਵਿੱਚ ਰਹਿ ਕੇ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਸਕਾਂ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਇਸ ਸਟੇਜ ਦੇ ਪਿਛਲੇ ਪਾਸੇ ਜੋ ਹਜ਼ੂਰ ਦੀ ਅੰਮ੍ਰਿਤ ਬਾਣੀ ਦੀ ਇਹ ਤੁਕ ਆਪਾਂ ਸਾਰੇ ਦਰਸ਼ਨ ਕਰ ਰਹੇ ਹਾਂ। ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਅਰਥ ਇਹਦੇ ਬੜੇ ਸਰਲ ਨੇ। ਦੁਖ ਸ਼ਬਦ ਦੇ ਅਰਥ ਆਪਾਂ ਸਾਰੇ ਜਾਣਦੇ ਹਾਂ। ਭੰਜਨ ਦਾ ਲਫ਼ਜ਼ੀ ਅਰਥ ਹੁੰਦਾ ਤੋੜ ਦੇਣਾ, ਟੁਕੜੇ ਟੁਕੜੇ ਕਰ ਦੇਣਾ। ਇਹਦੇ ਸਿੱਧੇ ਜੇ ਅਰਥ ਕਰਾਂਗੇ ਉਸ ਦੇ ਵਜੂਦ ਨੂੰ ਬਿਲਕੁਲ ਖਤਮ ਕਰ ਦੇਣਾ, ਪਰ ਇੱਥੇ ਭੰਜਨ ਦੇ ਅਰਥ ਹੋਣਗੇ ਨਾਸ਼ ਕਰ ਦੇਣਾ। ਤੇਰਾ ਨਾਮ ਦਾ ਅਰਥ ਹੈ ਪਰਮਾਤਮਾ ਵਾਹਿਗੁਰੂ ਜੀ। ਆਪ ਜੀ ਦਾ ਨਾਮ ਦੁੱਖਾਂ ਨੂੰ ਖੰਡਨ ਕਰਨ ਵਾਲਾ ਹੈ, ਦੁੱਖਾਂ ਨੂੰ ਭੰਨਣ ਵਾਲਾ ਹੈ, ਦੁੱਖਾਂ ਤੋਂ ਛੁਟਕਾਰਾ ਪਵਾਉਣ ਵਾਲਾ ਹੈ। ਤੇ ਸ਼ਾਇਦ ਇਸੇ ਕਾਰਨ ਕਰਕੇ ਇਹ ਤੁਕ ਲਿਖੀ ਗਈ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵੀ ਚੇਤੇ ਕਰਨਾ, ਉਹ ਵੀ ਸਾਡੇ ਅੰਦਰ ਦੇ ਦੁੱਖਾਂ ਨੂੰ ਖਤਮ ਕਰ ਦਿੰਦੇ ਕਿ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਥੋੜੀ ਜੀ ਬੇਨਤੀ ਮੈਂ ਬਾਣੀ ਵਿੱਚੋਂ ਆਪ ਜੀ ਨੂੰ ਕਰਨੀ ਹੈ। ਸਭ ਤੋਂ ਪਹਿਲੀ ਗੱਲ ਕਿ ਦੁੱਖ ਇੱਕ ਸਰਬ ਵਿਆਪਕ ਸਚਾਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਨੁਸਾਰ ਇਸ ਸਮੁੱਚੇ ਸੰਸਾਰ ਦੇ ਅੰਦਰ ਕੋਈ ਵਿਰਲਾ ਟਾਵਾਂ ਟਾਵਾਂ ਹੋਵੇਗਾ ਜਿਹੜਾ ਇਸ ਰੋਗ ਦਾ ਨਾਲ ਪੀੜਤ ਨਾ ਹੋਵੇ, ਨਹੀਂ ਤੇ ਸੱਚ ਇਹ ਪੂਰਾ ਸੰਸਾਰ ਇਸ ਦੁੱਖ ਨੇ ਆਪਣੀ ਲਪੇਟ ਵਿੱਚ ਲਿਆ ਹੈ। ਜਦੋਂ ਅਸੀਂ ਬਾਣੀ ਚੋਂ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਲੋਕ ਪੜ੍ਹਨੇ ਆ, ਰਾਮਕਲੀ ਰਾਗ ਦੀ ਵਾਰ ਵਿੱਚ ਹਜ਼ੂਰ ਦਾ ਇਹ ਅੰਮ੍ਰਿਤ ਬਚਨ ਹੈ। ਸਹੰਸ ਰਸਦਾਨ ਦੇ ਇੰਦਰ ਰਵਾਇਆ, ਪਰਸ਼ਰਾਮ ਰੋਵੈ ਕਰ ਆਇਆ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਉਹਦੇ ਅਖੀਰ ਦੀਆਂ ਜਿਹੜੀਆਂ ਤੁਕਾਂ ਨੇ ਉਹ ਆਪ ਸਭ ਨੂੰ ਮੇਰਾ ਖਿਆਲ ਹੈ ਚੇਤੇ ਨੇ। ਇਹ ਸ਼ਲੋਕ ਸਮਾਪਤ ਹੁੰਦਾ ਬਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇਹਦੇ ਲਫ਼ਜ਼ੀ ਅਰਥ ਥੋੜੇ ਜਿਹਾ ਕਰ ਲਈਏ। ਬਾਲੀ ਦਾ ਅਰਥ ਹੈ ਬਾਲਕਾ, ਜਾਂ ਇਹਦੇ ਅਰਥ ਕਰਾਂਗੇ ਸੁਹਾਗਣ, ਕਿ ਜਿਸ ਦੇ ਸਿਰ ਦੇ ਸਾਈਂ ਦਾ ਚਲਾਣਾ ਹੋ ਜਾਏ, ਉਹ ਬਾਲੜੀ ਵੀ ਉਸ ਦੁੱਖ ਨੂੰ ਲੈ ਕੇ ਰੋਂਦੀ ਹੈ। ਤੇ ਮਹਾਰਾਜ ਕਹਿੰਦੇ ਸੱਚ ਇਹ ਵੇ ਜਿਹੜੇ ਉੱਪਰ ਗਿਣੇ ਨੇ, ਭਾਵੇਂ ਦੇਵਤੇ ਨੇ ਭਾਵੇਂ ਅਵਤਾਰੀ ਪੁਰਸ਼ ਨੇ, ਹਰ ਇੱਕ ਦੁਨੀਆਦਾਰ ਵੀ ਰੋ ਰਿਹਾ ਹੈ, ਦੇਵਤਾ ਵੀ ਰੋ ਰਿਹਾ ਹੈ, ਅਵਤਾਰੀ ਪੁਰਸ਼ ਵੀ ਰੋ ਰਿਹਾ ਹੈ। ਪਰ ਮਹਾਰਾਜ ਕਹਿੰਦੇ ਸਚਾਈ ਇਹ ਵੇ ਕਿ ਬਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਹਾਂ, ਇਸ ਤੋਂ ਅੱਗੇ ਇੱਕ ਜਿਹੜੀ ਤੁਕ ਹੈ, ਮੇਰਾ ਖਿਆਲ ਆਪ ਜੀ ਨੂੰ ਪਤਾ ਹੋਣਾ, ਕਿਉਂਕਿ ਕਾਫੀ ਵਿਦਵਾਨ ਸੱਜਣ ਕਥਾ ਵਿਚਾਰ ਕਰਨ ਵਾਸਤੇ ਆਉਂਦੇ ਆ। ਸਾਡੇ ਸੱਜਣ ਕਈ ਵਾਰੀ ਆਪਣੀ ਮਰਜ਼ੀ ਨਾਲ ਅੱਗੇ ਤੁਕ ਲਾ ਦਿੰਦੇ ਆ ਕਿ ਸੋ ਸੁਖੀਆ ਜਿਸ ਨਾਮ ਆਧਾਰ, ਪਰ ਦਰਅਸਲ ਇਹ ਤੁਕ ਉੱਥੇ ਹੈ ਨਹੀਂ। ਉੱਥੇ ਅੰਮ੍ਰਿਤ ਤੁਕ ਹੈ ਕਿ ਬਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਮਹਾਰਾਜ ਕਹਿੰਦੇ ਮੰਨੈ ਨਾਉ ਸਈ ਜਨ ਜਾਏ ਦੁਖ ਭੰਜਨ। ਮੰਨੈ ਨਾਉ
ਸਈ ਜਿਣ ਜਾਏ। ਜਿਣ ਦਾ ਅਰਥ ਹੈ ਜਿਤਨਾ। ਜਿਸ ਨੇ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ ਉਹ ਬੰਦਾ ਇਸ ਦੁੱਖਾਂ ਭਰੇ ਸੰਸਾਰ ਵਿੱਚ ਵੀ ਜ਼ਿੰਦਗੀ ਦੀ ਬਾਜੀ ਜਿੱਤ ਜਾਂਦਾ ਹੈ। ਤੇ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਕਿ ਜਿਹਦੇ ਨਾਲ ਸਾਡੇ ਅੰਦਰ ਦੇ ਦੁੱਖਾਂ ਦੀ ਨਿਵਰਤੀ ਹੋ ਸਕੇ। ਮਹਾਰਾਜ ਦੇ ਬਚਨ ਕਿ ਬਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਮੰਨੈ ਨਾਉ ਸਈ ਜਿਣ ਜਾਏ, ਅਵਰੀ ਕਰਮ ਨਾ ਲੇਖੈ ਪਾਏ। ਗੱਲ ਪਹਿਲਾਂ ਸਿਰਫ ਕਿ ਇਹਦਾ ਮਤਲਬ ਦੁੱਖ ਇੱਕੋ ਸਚਾਈ ਹੈ ਜਿਹਨੂੰ ਮਹਾਰਾਜ ਕਹਿੰਦੇ ਨੇ ਦੁਖੀਆ ਸਭ ਸੰਸਾਰ ਕਹਿ ਦਿੱਤਾ। ਪਰ ਜਿੰਨੀ ਦੇਰ ਤੱਕ ਬੰਦੇ ਨੂੰ ਆਪ ਦੁੱਖ ਵਿਆਪਦਾ ਨਹੀਂ ਓਨੀ ਦੇਰ ਤੱਕ ਦੂਜੇ ਦੇ ਦੁੱਖ ਦੀ ਦਰਦ ਵੀ ਮਹਿਸੂਸ ਨਹੀਂ ਕਰਦਾ ਹੁੰਦਾ। ਜਿਸ ਬੰਦੇ ਨੂੰ ਆਪ ਦੁੱਖ ਕੋਈ ਵਿਆਪੇ ਉਹਨੂੰ ਫਿਰ ਸਮਝ ਪੈਂਦੀ ਹੈ ਦੁੱਖ ਦੀ ਪੀੜਾ ਕੀ ਹੈ। ਦਾਸ ਕਈ ਵਾਰੀ ਬੇਨਤੀ ਕਰਦਾ ਹੈ ਕਿਸੇ ਦੂਜੇ ਦੇ ਘਰ ਨੂੰ ਅੱਗ ਲੱਗ ਜਾਏ ਤੇ ਲੋਕ ਮਜ਼ਾਕ ਟਿਚਰਾਂ ਕਰਕੇ ਕਹਿਣਗੇ ਘਬਰਾ ਨਾ, ਤੇਰੇ ਘਰ ਵਿੱਚ ਬੈਸੰਤਰ ਦੇਵਤਾ ਪ੍ਰਗਟ ਹੋ ਗਿਆ। ਦੂਜੇ ਦੇ ਘਰ ਦੀ ਅੱਗ ਬੈਸੰਤਰ ਦੇਵਤਾ ਲੱਗਦੀ ਏ ਤੇ ਜਿੱਦਣ ਆਪਣੇ ਘਰ ਨੂੰ ਅੱਗ ਲੱਗ ਜਾਏ ਉਦੋਂ ਕਹਿੰਦਾ ਇਹ ਦੇਵਤਾ ਨਹੀਂ, ਇਹ ਤਾਂ ਫੂਕ ਕੇ ਰਾਖ ਕਰ ਦਿੰਦਾ। ਅਰਜ਼ ਕਰਾਂਗਾ ਕਿ ਦਰਦ ਅੰਦਰ ਹੋਵੇ ਦੂਜੇ ਦਾ ਮਹਿਸੂਸ ਹੁੰਦਾ ਹੈ। ਦੇਖੋ ਇਸ ਤੋਂ ਬਾਅਦ ਬਾਬਾ ਜੀ ਦਾ ਇੱਕ ਬਚਨ ਹੈ ਬਾਬਾ ਫਰੀਦ ਸਾਹਿਬ ਦਾ, ਇਹ ਵੀ ਆਪ ਨੂੰ ਸ਼ਲੋਕ ਚੇਤੇ ਕੋਣਾ ਪਾਠ ਕਰਨ ਵਾਲਿਆਂ ਨੂੰ। ਉਹ ਕਹਿੰਦੇ ਨੇ ਅਸਲ 'ਚ ਕਈ ਵਾਰੀ ਜਦੋਂ ਦੁੱਖ ਵਿਆਪਦਾ ਹੈ ਤੇ ਇਨਸਾਨ ਰੱਬ ਨੂੰ ਉਲਾਮਾ ਦੇ ਕੇ ਕਹਿੰਦਾ ਇਹ ਦੁੱਖ ਮੇਰੇ ਵਾਸਤੇ ਤੂੰ ਰੱਖਿਆ, ਫਲਾਂ ਬੰਦਾ ਤਾਂ ਇੰਨਾ ਸੁਖੀ ਹੈ। ਪਰ ਮਹਾਰਾਜ ਕਹਿੰਦੇ ਜਦੋਂ ਉਹ ਸੁਰਤ ਕਰਕੇ ਉੱਪਰ ਉੱਠਦਾ ਹੈ ਤੇ ਫਿਰ ਉਹ ਵੇਖ ਕੇ ਕਹਿੰਦਾ ਭਲੇ ਲੋਕੋ ਜਿੱਥੇ ਚਾਰ ਸ਼ਰੀਰਾਂ ਨੇ ਜ਼ਿੰਦਗੀ ਜੀਣੀ ਹੈ ਉਸ ਘਰ ਵਿੱਚ ਅੱਗ ਹਰ ਹਾਲਤ ਵਿੱਚ ਬਲੇਗੀ। ਜਿਵੇਂ ਅੱਗ ਬਲਣਾ ਇੱਕ ਸਰਬ ਵਿਆਪਕ ਸਚਾਈ ਹੈ, ਇਸੇ ਤਰ੍ਹਾਂ ਸੁਰਤ ਉੱਚੀ ਹੋ ਜਾਏ ਸਮਝ ਪੈਂਦੀ ਜਿਹੜੇ ਦੁੱਖ ਨਾਲ ਮੈਂ ਪੀੜਤ ਹਾਂ ਇਹ ਦੁੱਖ ਤਾਂ ਸਾਰੇ ਸੰਸਾਰ ਵਿੱਚ ਵਿਆਪਕ ਹੈ। ਪਹਿਲੀ ਅਰਜ਼ ਕੀਤੀ ਦੁਖੀਆ ਸਭ ਸੰਸਾਰ। ਮਹਾਰਾਜ ਜੀ ਦਾ ਬਚਨ ਹੈ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ। ਬਸ ਇਹੀ ਸੀ, ਮੈਂ ਹੀ ਕੱਲਾ ਦੁਖੀਆਂ ਬਾਕੀ ਸਭ ਸੁਖੀ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਏ ਜਗ। ਇਹ ਸਾਰਾ ਸੰਸਾਰ ਦੁੱਖ ਨਾਲ ਪੀੜਤ ਹੈ। ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਭਾਵਾਂ ਕਿ ਅਸੀਂ ਕਿਸੇ ਮਕਾਨ ਦੀ ਛੱਤ ਤੇ ਖਲੋ ਕੇ ਦੇਖੀਏ ਤੇ ਸਾਨੂੰ ਦੂਰੋਂ ਪਤਾ ਲੱਗ ਜਾਂਦਾ ਕਿਸ ਦੇ ਘਰ ਵਿੱਚ ਅੱਗ ਬਲਦੀ ਪਈ ਹੈ। ਵੈਸੇ ਇਹ ਕਥਾ ਮਸਕੀਨ ਸਾਹਿਬ ਦੀ ਮੈਂ ਥੋੜਾ ਜਿਹਾ ਹਿੱਸਾ ਉਹਨਾਂ ਦਾ ਕੋਟ ਕਰਨ ਲੱਗਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ ਉਹਦੇ ਨਾਂ ਨੂੰ ਲੁਕਾਉਣਾ ਵੀ ਇੱਕ ਬੜਾ ਵੱਡਾ ਪਾਪ ਤੇ ਚੋਰੀ ਹੁੰਦਾ ਹੈ। ਮਸਕੀਨ ਸਾਹਿਬ ਇੱਕ ਬੜਾ ਪਿਆਰਾ ਬਚਨ ਕਹਿੰਦੇ ਸਨ ਦੁੱਖ ਦੇ ਸੰਬੰਧ ਵਿੱਚ। ਉਹਨਾਂ ਦਾ ਬਚਨ ਮੈਂ ਕੋਟ ਕਰ ਲੱਗਾ। ਜਦੋਂ ਆਪ ਸ਼ਲੋਕ ਦੀ ਕਥਾ ਉਹਨਾਂ ਕੀਤੀ ਕਿ ਘਰ ਘਰ ਇੱਕ ਅੱਗ ਉੱਚਾ ਚੜ ਕੇ ਦੇਖਿਆ, ਉਹਨਾਂ ਦਾ ਬਚਨ ਸੀ ਕਿ ਪਹਿਲਾਂ ਲੋਕੀ ਘਰਾਂ ਵਿੱਚ ਅੱਗ ਬਾਲਦੇ ਸਨ, ਅਜੇ ਵੀ ਪਿੰਡਾਂ ਵਿੱਚ ਜਾਂ ਗਰੀਬ ਤਬਕਾ, ਗਰੀਬ ਦਾ ਅਰਥ ਮੈਂ ਸ਼ਰਾਪ ਨਾਲ ਨਹੀਂ ਕਹਿ ਰਿਹਾ, ਇਹ ਰੱਬ ਦੀ ਖੇਡ ਹੈ ਜੀ। ਮੈਂ ਇੱਕ ਦਿਨ ਅਰਜ਼ ਕੀਤੀ ਜਿਹੜਾ ਅਸੀਂ ਕਹਿੰਦੇ ਆ ਨਾ ਜੀ, ਅਸੀਂ ਸਾਰੀ ਦੁਨੀਆ 'ਚ ਕਿਤੇ ਵੀ ਚਲੇ ਜਾਓ, ਹਰ ਮੁਲਕ ਵਿੱਚ ਜਦੋਂ ਇਲੈਕਸ਼ਨ ਹੁੰਦੀ ਹੈ ਹਰ ਬੰਦਾ ਕਹਿੰਦਾ ਮੈਨੂੰ ਆਉਣ ਦਿਓ, ਦੇਖਿਓ ਗਰੀਬੀ ਕਿਵੇਂ ਮੈਂ ਚੁੱਕਣਾ। ਇਹ ਬਿਲਕੁਲ ਝੂਠ ਜੇ। ਤੁਸੀਂ ਰੋਜ਼ ਰਹਿ ਰਾਸ ਦਾ ਪਾਠ ਕਰਦੇ ਹੋ, ਜਿੰਨੀ ਦੇਰ ਤੱਕ ਰੱਬ ਦੀ ਇਹ ਰਚਨਾ ਰਹੇਗੀ ਕੋਈ ਦੁਨੀਆ ਦਾ ਬੰਦਾ ਗਰੀਬੀ ਨੂੰ ਖਿਮਾ ਕਰਿਓ ਸ਼ਰਾਪ ਨਹੀਂ ਖਟਾ ਸਕੇਗਾ। ਉਹਦਾ ਇੱਕ ਕੌਤਕ ਹੈ, ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਕੌਣ ਜੰਮਿਆ ਉਹਦੇ ਚੋਜ ਨੂੰ ਖਤਮ ਕਰ ਦੇਵੇ? ਕਿਸੇ ਕੋਲੇ ਸਮਰੱਥਾ ਹੈ ਕਿ ਉਸ ਦੇ ਉਸ ਚੋਜ ਨੂੰ ਖਤਮ ਕਰ ਦੇਵੇ? ਇੱਕ ਦਾਤਾ ਹੈ ਤੇ ਦੂਸਰੇ ਮੰਗਤੇ ਨੇ। ਅੱਜ ਭਾਈ ਸਬਜੀ ਜੀ ਆਇਆ, ਇੱਕ ਦਾਤੇ ਇੱਕ ਮੰਗਤੇ। ਮਹਾਰਾਜ ਜੀ ਨੇ ਬਾਣੀ ਸ਼ਬਦ ਵਰਤਿਆ, ਸੁਣਿਓ ਗੁਰਮੁਖੋ, ਥੋੜਾ ਜਿਹਾ ਤਵੱਜੋ ਬਣਾਇਓ। ਮੈਂ ਬਿਲਕੁਲ ਨਿਰਧਾਰਿਤ ਸਮੇਂ ਵਿੱਚ ਸਮਾਪਤੀ ਕਰਾਂਗਾ। ਸਨਮਾਨਯੋਗ ਭਾਈ ਸਾਹਿਬ ਭਾਈ ਚਮਨਜੀਤ ਸਿੰਘ ਜੀ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਚੁੱਕੇ ਨੇ। ਦਾਸ ਤੋਂ ਬਾਅਦ ਇਹਨਾਂ ਨੇ ਕੀਰਤਨ ਰਾਹੀਂ ਆਪ ਨੂੰ ਨਿਹਾਲ ਕਰਨਾ ਹੈ। ਫਿਰ ਉਸੇ
ਜਾਂ ਉਹਨਾਂ ਨੇ ਕੱਖ ਇਕੱਠੇ ਕਰਕੇ ਤੇ ਕਈ ਥਾਵਾਂ ਤੇ ਅਸੀਂ ਦੇਖਦੇ ਸਾਂ ਕਿ ਕੋਲਾ ਲੈ ਕੇ ਅੰਗੀਠੀ ਵਿੱਚ ਕੋਲੇ ਪਕਾ ਕੇ ਅੱਗ ਬਾਲਦੇ। ਅਜੇ ਵੀ ਪਿੰਡਾਂ ਵਿੱਚ ਗਾਵਾਂ ਵਿੱਚ ਸ਼ਹਿਰਾਂ ਤੋਂ ਬਿਨਾਂ ਮੈਂ ਕਰਾਂ ਅਰਜ਼ ਕਿ ਸੁੱਕੇ ਹੋਏ ਗੋਹੇ ਜਿਹੜੇ ਨੇ ਉਹਨਾਂ ਦੀ ਵੀ ਅੱਗ ਬਾਲੀ ਜਾਂਦੀ। ਗੁਰੂ ਕੋ ਆਪ ਥੋੜੀ ਜਿਹੀ ਤਵੱਜੋ ਤੇ ਆ ਜਾਏ, ਬਸ ਉਹਦੀ ਖੇਡ ਨਹੀਂ ਕਦੀ ਵੀ ਜ਼ਿੰਦਗੀ 'ਚ ਹੈ ਬੜਾ ਔਖਾ ਕਿਉਂ ਹੋ ਗਿਆ ਨਹੀਂ। ਕਿਰਪਾ ਕਰੋ ਆਪ ਜਿਤਨੇ ਬੈਠੇ ਹੋ, ਮੈਂ ਅਰਜ਼ ਕਰਾਂ ਕਿ ਜਦੋਂ ਕਿਤੇ ਲੱਕੜ ਨੂੰ ਅੱਗ ਲਾਓ, ਸੁੱਕੇ ਗੋਹੇ ਨੂੰ ਅੱਗ ਲਾਓ ਜਾਂ ਕੋਲੇ ਦੀ ਅੰਗੀਠੀ ਪਕਾ ਕੇ ਅੱਗ ਲਾਓ ਤੇ ਸਾਰੇ ਪਿੰਡ ਵਾਲੇ ਨੂੰ ਆਪਣੇ ਆਪ ਬਿਨਾਂ ਕਿਸੇ ਤੋਂ ਪਤਾ ਲੱਗ ਜਾਂਦਾ ਕਿ ਫਲਾਣੇ ਦੇ ਘਰ ਵਿੱਚ ਅੱਗ ਬਲ ਗਈ। ਕਿਉਂਕਿ ਧੂੰਆਂ ਦੱਸ ਦਿੰਦਾ ਕਿ ਬੰਦਾ ਅੰਗੀਠੀ ਪਕਾ ਕੇ ਧੂਏ ਨੂੰ ਲੁਕਾ ਸਕੇਗਾ, ਕਿ ਲੱਕੜ ਦੀ ਅੱਗ ਨਾਲ ਉਹ ਧੂਏ ਨੂੰ ਰੋਕ ਸਕੇਗਾ, ਕਿ ਉਹ ਕੋਲਿਆਂ ਦੀ ਜਿਹੜਾ ਧੂੰਆਂ ਰੋਕ ਸਕੇਗਾ। ਮਸਕੀਨ ਸਾਹਿਬ ਕਹਿੰਦੇ ਸਨ ਕਿ ਜਦੋਂ ਕੋਲੇ ਦੀ ਅੱਗ, ਗੋਹੇ ਦੀ ਅੱਗ, ਲੱਕੜ ਦੀ ਅੱਗ ਬਲੇ ਤੇ ਤੂੰ ਸਾਰਿਆਂ ਨੂੰ ਦੱਸ ਦਿੰਦਾ ਵੀ ਇਸ ਘਰ ਵਿੱਚ ਅੱਗ ਬਲ ਗਈ ਹੈ। ਕਿਉਂਕਿ ਇੱਕ ਤਾਂ ਉਹ ਦੁੱਖ ਹੈ ਕਿ ਜਿਹੜਾ ਗਰੀਬ ਬੰਦੇ ਦਾ ਦੁੱਖ ਸਾਰੇ ਸੰਸਾਰ ਨੂੰ ਪਤਾ ਲੱਗ ਜਾਂਦਾ ਵੀ ਇਸ ਦੁੱਖ ਨਾਲ ਪੀੜ ਕਿਵੇਂ ਸਮਾਂ ਆਇਆ ਕਿ ਬੰਦੇ ਨੇ ਇਸ ਤੋਂ ਅੱਗੇ ਜਦੋਂ ਅਵਿਸ਼ਕਾਰ ਕੀਤਾ, ਆਪਾਂ ਨੂੰ ਪਤਾ ਤੇਲ ਵਾਲੇ ਅਸਤੂਪ ਲੋਕੀ ਘਰਾਂ 'ਚ ਬਾਲਦੇ ਸੀ। ਉਹਦਾ ਉਹ ਨਹੀਂ ਸੀ ਇੰਨਾ ਉੱਚਾ ਹੁੰਦਾ, ਪਰ ਹਕੀਕਤ ਵਿੱਚ ਕਿ ਉਹਦੀ ਆਵਾਜ਼ ਗੁਆਂਢੀ ਨੂੰ ਦੱਸ ਦਿੰਦੀ ਸੀ ਇਸ ਘਰ ਵਿੱਚ ਅੱਗ ਬਲ ਗਈ। ਕਿਉਂਕਿ ਸਟੋਪ ਦੀ ਆਵਾਜ਼ ਇੰਨੀ ਹੋਣੀ ਕਿ ਗੁਆਂਢੀ ਨੂੰ ਪਤਾ ਲੱਗ ਜਾਂਦਾ ਸੀ। ਦੂਸਰੀ ਗੱਲ ਉਹ ਕਹਿੰਦੇ ਸਮਾਂ ਆਇਆ ਕਿ ਅੱਜ ਅਸੀਂ ਦੇਖਦੇ ਹਾਂ ਗੈਸ ਦੇ ਚੁੱਲ੍ਹੇ ਵਰਤਦੇ, ਨਾ ਜ਼ਿਆਦਾ ਧੂੰਕ ਹੈ ਨਾ ਜ਼ਿਆਦਾ ਆਵਾਜ਼ ਹੈ, ਬਿਜਲੀ ਆ ਜਾਏ ਉਸ ਬਿਜਲੀ ਦੇ ਚੁੱਲ੍ਹੇ ਆਪਾਂ ਦੇਖਦੇ ਹਾਂ। ਪਰ ਕਿੰਨੀ ਯਾਦ ਰੱਖਿਓ ਕਿ ਅੱਗ ਭਾਵੇਂ ਵੱਖਰੇ ਵੱਖਰੇ ਤਰੀਕੇ ਨਾਲ ਬਾਲੀ ਗਈ, ਪਰ ਰਹਿੰਦੀ ਦੁਨੀਆ ਤੱਕ ਭਾਵੇਂ ਖਾਮੋਸ਼ ਅੱਗ ਬਲਦੀ ਰਹੇ ਪਰ ਬਲੇਗੀ ਜ਼ਰੂਰ। ਜਿਵੇਂ ਅੱਗ ਦੀ ਸਰਵਵਿਆਪਕ ਸੱਚਾਈ ਹੈ, ਇਸੇ ਤਰ੍ਹਾਂ ਪਿਆਰਿਓ ਯਾਦ ਰੱਖਿਓ ਦੁੱਖ ਵੀ ਇੱਕ ਸਰਵਵਿਆਪਕ ਸੱਚਾਈ। ਫਰਕ ਇਹਨੇ ਜਿਹਦੇ ਕੋਲ ਜਰਿਆ ਨਹੀਂ ਜਾਂਦਾ ਉਹਦਾ ਲੱਕੜ, ਗੋਹੇ ਤੇ ਕੋਲੇ ਦੀ ਅੱਗ ਤਰ੍ਹਾਂ ਪ੍ਰਗਟ ਹੋ ਜਾਂਦਾ ਹੈ। ਜਿਹੜਾ ਜਰ ਲੈਂਦਾ ਉਹ ਗੈਸ ਦੇ ਚੁੱਲ੍ਹੇ ਦੀ ਤਰ੍ਹਾਂ ਬਲੀ ਜਾਂਦਾ ਪਰ ਬਲਦਾ ਉਹ ਨਹੀਂ ਗਿਆ, ਉਹਦੇ ਅੰਦਰ ਉਹ ਅੱਗ ਰਹੇਗੀ। ਮੈਂ ਅਰਜ਼ ਕਰਾਂਗਾ ਦੁੱਖ ਇੱਕੋ ਸਰਵਵਿਆਪਕ ਸੱਚਾਈ। ਮਹਾਰਾਜ ਜੀ ਨੇ ਕਿਹਾ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ। ਮਹਾਰਾਜ ਨੇ ਸ਼ਬਦ ਵਰਤੇ ਵੀ ਘਰ ਵਿੱਚ, ਘਰ ਘਰ ਵਿੱਚ ਇਹ ਦੁੱਖ ਦੀ ਅੱਗ। ਅਗਲੀ ਬੇਨਤੀ ਜਿਹੜੀ ਮੈਂ ਆਪ ਨੂੰ ਕਰਨ ਲੱਗਾ ਸੁਣਿਓ, ਸ਼ਾਇਦ ਇੱਕ ਸਾਲ ਦੀ ਕਥਾ ਕਰਦੇ ਵਿਚਾਰੇ ਕੀਤੀ ਹੋਵੇ ਕਿ ਦੁੱਖ ਹੈ ਕਿੰਨੇ ਤਰ੍ਹਾਂ। ਆਮ ਤੌਰ ਤੇ ਅਸੀਂ 3 ਤਰ੍ਹਾਂ ਦੇ ਦੁੱਖਾਂ ਦਾ ਜ਼ਿਕਰ ਸਨਾਤਨ ਧਰਮ ਵਿੱਚੋਂ ਪੜ੍ਹਦੇ ਹਾਂ। ਕੁਝ ਬਾਣੀ ਨੇ ਉਸ ਨੂੰ ਕੋਟ ਵੀ ਕੀਤਾ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ, ਸੁਖ ਰਾਸ, ਤਾਂ ਕੋ ਬਿਗਨ ਨਾ ਕੋ ਲਾਗੈ ਜਾਤੀ ਪ੍ਰਭ ਆਵੇ ਅਰਦਾਸ। ਉਸ ਵਿੱਚ ਦੇਖੋ ਇਹ ਦੁੱਖ ਹੈ 3 ਤਰ੍ਹਾਂ ਦਾ ਦੁੱਖ। ਇਹਨੂੰ ਬਾਣੀ 'ਚ ਹੋਰ ਸ਼ਬਦ ਵਰਤੇ, ਆਦ, ਵਿਆਦ ਤੇ ਉਪਾਦ। ਕਈ ਥਾਵਾਂ ਮਹਾਰਾਜ ਜੀ ਨੇ ਸਿਰਫ ਇੱਕੋ ਸ਼ਬਦ ਨਾਲ ਇਸ਼ਾਰਾ ਕਰ ਦਿੱਤਾ। ਅਸੀਂ ਜਿਵੇਂ ਪਾਠ ਕਰਨੇ, ਜੇ ਹਰ ਸਿਮਰਨ ਭਇਆ ਤਾਂ ਉਪਾਦ ਗਤ ਕੀਨੀ, ਉੱਥੇ ਉਪਾਦ, ਆਦ, ਵਿਆਦ, ਉਪਾਦ। ਇਸ ਬਾਰੇ ਕਿਹਾ ਜਾਂਦਾ ਕੁਝ ਦੁੱਖ ਐਸੇ ਜਿਹੜੇ ਸਾਡੇ ਮਨ ਨੂੰ ਲੱਗੇ ਹੋਏ, ਮਾਨਸਿਕ ਦੁੱਖ। ਕੁਝ ਦੁੱਖ ਐਸੇ ਨੇ ਜਿਹੜੇ ਸਾਡੇ ਸਰੀਰ ਵਿੱਚੋਂ ਨਿਕਲਦੇ ਆ, ਸਰੀਰ ਨੂੰ ਪਾਉਂਦੇ ਆ। ਹਾਲਾਂਕਿ ਮਾਨਸਿਕ ਦੁੱਖ ਦਾ ਸਬਬ ਵੀ ਤੰਗ, ਉਹ ਸਰੀਰ ਉੱਤੇ ਬੜਾ ਪ੍ਰਭਾਵ ਪਾਉਂਦਾ। ਅੱਜ ਤਾਂ ਤਕਰੀਬਨ ਡਾਕਟਰ ਸਾਹਿਬ ਇਹ ਕਹਿਣ ਲੱਗ ਪਿਆ ਕਿ ਬੰਦੇ ਨੂੰ ਸਭ ਤੋਂ ਜ਼ਿਆਦਾ ਬਿਮਾਰੀਆਂ ਜਿਹੜੀਆਂ ਸਰੀਰ ਵਿੱਚੋਂ ਨਿਕਲਦੀਆਂ ਨੇ, ਇਹਦੇ ਮਨ ਦੀ ਪਰੇਸ਼ਾਨੀ ਕਰਕੇ ਨਿਕਲਦੀਆਂ ਨੇ। ਤੇ ਮਨ ਜਦੋਂ ਦੁਖੀ ਹੁੰਦਾ ਇਹਦੇ ਵਿੱਚੋਂ ਬੋਡੀ 'ਤੇ ਅਸਰ ਪੈਂਦਾ ਹੈ ਤੇ ਤਨ ਜਿਹੜਾ ਉਹ ਰੋਗਗ੍ਰਸਤ ਹੋ ਜਾਂਦਾ ਹੈ। ਪਰ ਸੁਣਿਓ, ਇੱਕ ਹੈ ਜਿਹੜਾ ਅੰਦਰ ਦਾ ਦੁੱਖ, ਦੂਜਾ ਹੈ ਸਰੀਰਕ ਦੁੱਖ, ਤੇ ਤੀਸਰਾ ਹੁੰਦਾ ਹੈ ਕਿ ਸਰੀਰ 'ਚੋਂ ਦੁੱਖ ਨਾ ਨਿਕਲੇ, ਮਨ ਕਰਕੇ ਵੀ ਦੁਖੀ ਨਾ ਹੋਵੇ। ਕੁਦਰਤੀ ਆਫਤ ਜਦੋਂ ਬੰਦੇ ਤੇ ਆ ਪਏ ਤੇ ਉਦੋਂ ਵੀ ਦੁੱਖ ਹੁੰਦਾ, ਜਿਵੇਂ ਹੜ੍ਹਾਂ ਦਾ ਆ ਜਾਣਾ, ਅੱਗ ਦਾ ਲੱਗ ਜਾਣਾ, ਜਾਂ ਕਿਤੇ ਐਕਸੀਡੈਂਟ ਹੋ ਜਾਣਾ। ਬੰਦਾ ਤੰਦਰੁਸਤ ਵਿੱਚ ਇੱਕੋ ਦਮ ਹੜ੍ਹ ਆਇਆ, ਸਭ ਕੁਝ ਰੋੜ ਕੇ ਲੈ ਚੰਗਾ ਭਲਾ ਆਪਣੇ ਘਰ 'ਚ ਬੈਠਾ ਹੈ ਤੇ ਅੱਗ ਦੀਆਂ ਲਪਟਾਂ ਨਿਕਲੀਆਂ, ਅੱਗ ਸੜ ਗਈ, ਅੱਗ ਨਾਲ ਸੜ ਗਿਆ।
ਗੱਡੀ ਤੇ ਜਾ ਰਹੇ ਹੈ, ਐਕਸੀਡੈਂਟ ਹੋ ਗਿਆ, ਇਹਨੂੰ ਕਹਿ ਲਾਂਗੇ ਆਪਾਂ ਤਿੰਨ ਤਾਪ ਨੂੰ ਬੜੇ ਸਰਲ ਜਿਹਾ ਅਰਥ ਕਰਾ। ਪਰ ਮਹਾਰਾਜ ਕਹਿੰਦੇ ਆ ਕਿ ਇਕੱਲੇ ਤਿੰਨ ਤਾਪ ਇਸ ਤਰ੍ਹਾਂ ਦੇ। ਹੁਣ ਜੇ ਧਿਆਨ ਰੱਖਿਓ, ਇਕੱਲਾ ਦੁਨੀਆਦਾਰ ਬੰਦਾ ਦੁਖੀ ਨਹੀਂ, ਸੰਤ ਵੀ ਦੁਖੀ, ਰੋਂਦੇ ਦੋਨੋਂ ਪਏ ਨੇ। ਦੁਨੀਆਦਾਰ ਦੁਨੀਆ ਨੂੰ ਰੋ ਰਿਹਾ, ਮੈਨੂੰ ਰੁਪਈਆ ਕੋਈ ਨਹੀਂ ਲੱਭਦਾ ਪਿਆ, ਇੰਨੇ ਸਾਲ ਹੋ ਗਏ ਭਟਕਦਿਆਂ, ਤੇ ਸੱਚ ਦੇ ਸੰਤ ਇਸ ਕਰਕੇ ਰੋ ਰਿਹਾ ਹੈ, ਇੰਨੇ ਸਾਲ ਹੋ ਗਏ ਲੰਘ ਕੇ ਰੱਬ ਇੱਥੇ ਕਰਾ ਮਿਲਿਆ ਹੈ। ਰੋਂਦੇ ਤਾਂ ਦੋਨੋਂ ਪਏ ਨੇ ਨਾ ਜੀ, ਅੱਖਾਂ ਦੇ ਅੱਥਰੂ ਦੋਨਾਂ ਦੇ। ਮੈਂ ਅਰਜ਼ ਆਪ ਜੀ ਨੂੰ ਕਰਾਂਗਾ ਕਿ ਦੇਖੋ, ਬਾਬਾ ਜੀ ਨੇ ਜਿਹੜੇ ਦੁੱਖ ਦੱਸੇ ਉਹ ਥੋੜ੍ਹੇ ਜਿਹੇ ਵੱਖਰੇ ਦੱਸੇ, ਆ ਕਿੰਨੀ ਤਾਪ ਤੋਂ ਵੱਖਰਾ ਦੁੱਖ ਉਹਦਾ ਦੱਸਿਓ ਨਹੀਂ। ਉਸ ਵਿੱਚ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ, ਕਿਉਂਕਿ ਜਿਹੜਾ ਆਪ ਜੀ ਨੇ ਲਿਖਿਆ ਦੇ ਵੀਰ ਹੁਣ ਮੇਰਾ ਦੁੱਖ ਭੰਜਨ ਤੇਰਾ, ਵੈਸੇ ਇੰਨੀ ਦੇਰ ਹੋਣੀ ਨਹੀਂ ਚਾਹੀਦੀ ਏਡੇ ਵੱਡੇ ਸਿਸਟਮ 'ਚ, ਬੰਦਾ ਉੱਥੇ ਬੈਠਿਆ ਹੋਣਾ ਚਾਹੀਦਾ। ਹਾਂਜੀ ਹਾਂ, ਨਹੀਂ ਜਨਰੇਟਰ ਤੇ 5 ਲੱਗ ਜਾਣ, ਚਲਾਵੇ ਤਾਂ ਹੈ ਨਾ ਜੀ। ਉਹ ਮਹਾਰਾਜ ਦੀ ਬਾਣੀ ਚੋਂ ਮੈਂ ਬੇਨਤੀ ਕਰ ਲੱਗਾ, ਇਹ ਜਿਹੜਾ ਆਪ ਜੀ ਨੇ ਲਿਖਿਆ ਹੈ ਵੀ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਸੁਣਿਓ ਗੁਰਮੁਖੋ ਮੇਰੀ ਬੇਨਤੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹਨਾਂ ਨੇ 3 ਦੁੱਖ ਦੀ ਥਾਂ ਤੇ 4 ਦੁੱਖ ਦੱਸੇ। ਫਿਰ ਅੱਗੇ ਮੈਂ ਅਰਜ਼ ਕਰਨੀ ਹੈ ਕਿ ਦੁੱਖ ਨੂੰ ਕਿਵੇਂ ਭੰਨਦਾ ਹੈ ਗੁਰੂ ਸਾਹਿਬ। ਹਜ਼ੂਰ ਨੇ ਗੁਰੂ ਨਾਨਕ ਸਾਹਿਬ ਦਾ ਅੰਮ੍ਰਿਤ ਬਚਨ ਹੈ, ਰਾਗ ਭੈਰੋ ਹੈ, ਉਸ ਵਿੱਚ ਜਿਹੜੇ 4 ਦੁੱਖ ਦੱਸੇ ਆ, ਮੈਂ ਇੱਕ ਵਾਰੀ ਦੀ ਬੜੀ ਡਿਟੇਲ ਨਾਲ ਕਥਾ ਸੰਗਤ ਦੀ ਅਸੀਸ ਨਾਲ ਕੀਤੀ ਸੀ। ਉਸ ਵਿੱਚ ਬਾਬਾ ਜੀ ਨੇ ਭਾਵਾਂ, ਇਹ ਸਾਡੇ ਵਿਦਵਾਨ ਕਹਿੰਦੇ ਆ ਕਿ ਇਹ 2 ਸ਼ਬਦ ਮੈਂ ਸਿਰਫ ਇਸ਼ਾਰਾ ਕਰ ਜਾਵਾਂਗਾ, ਆਪ ਜੀ ਧਿਆਨ ਨਾਲ ਉਹਨਾਂ ਸ਼ਬਦਾਂ ਨੂੰ ਪੜ੍ਹਿਓ। ਉਹਦੇ ਵਿੱਚ ਦੁੱਖ, ਦੁੱਖਾਂ ਦਾ ਕਾਰਨ ਤੇ ਦੁੱਖ ਦੀ ਨਿਵਰਤੀ ਕਿਵੇਂ ਹੋ ਸਕਦੀ ਹੈ, ਇਹ ਇਸ ਸੱਚਾਈ ਨੂੰ ਮਹਾਰਾਜ ਜੀ ਨੇ ਬਿਆਨ ਕੀਤਾ। ਕੁਝ ਵਿਦਵਾਨਾਂ ਦਾ ਮਤ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਸ਼ਬਦ ਉਦੋਂ ਉਚਾਰਨ ਕੀਤੇ ਆ ਕਿ ਜਦੋਂ ਮਹਾਰਾਜ ਬੈਰਾਗ ਦੀ ਅਵਸਥਾ ਵੀ ਸਨ। ਉਸ ਵਕਤ ਦੁਨੀਆਦਾਰ ਬੰਦਿਆਂ ਨੂੰ ਸਮਝ ਨਹੀਂ ਪਈ। ਕਿਸੇ ਕਿਹਾ, ਬਾਬਾ ਕਾਲੂ ਦੇਖ ਤੇਰਾ ਪੁੱਤਰ ਨਾ ਬੋਲਦਾ ਹੈ, ਨਾ ਜ਼ਿਆਦਾ ਖਾਂਦਾ ਹੈ, ਨਾ ਹੱਸਦਾ ਹੈ, ਇਕੱਲਿਆਂ ਰਹਿੰਦਾ ਹੈ, ਕਿਸੇ ਰੋਗ ਨਾਲ ਇਹ ਪੀੜਤ ਤਾਂ ਨਹੀਂ। ਇਹ ਅਵਸਥਾ ਬੰਦੇ ਦੀ ਆਉਂਦੀ ਹੈ ਜੀ ਸਿਮਰਨ ਵਿੱਚ। ਮਹਾਰਾਜ ਦੀ ਬਾਣੀ ਤੁਸੀਂ ਬੜੀ ਵਾਰੀ ਪੜੋਗੇ, ਮੈਂ ਨੀਰ ਵਹਿ ਚੱਲੇ ਜੀਓ। ਅਸੀਂ ਬਾਣੀ 'ਚ ਬੜੇ ਸ਼ਬਦ ਐਸੇ ਪੜਾਂਗੇ, ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ, ਔਰ ਨਾ ਭਿੱਜੈ ਪੱਗ ਨਾ ਕਿਸੇ ਹਰ ਦਰਸ਼ਨ ਕੀ ਆਸਾ। ਉਹਨਾਂ ਕਿਹਾ ਵੀ ਤੇਰੇ ਬੱਚੇ ਨੂੰ ਕੋਈ ਰੋਗ ਹੈ। ਮੈਂ ਸਾਖੀ ਨਹੀਂ, ਸਿਰਫ ਬਾਣੀ 'ਚੋਂ ਬੇਨਤੀ ਕਰਨੀ। ਵੈਦ ਬੁਲਾਇਆ ਗਿਆ ਜੀ, ਇਤਿਹਾਸ ਨੇ ਉਸ ਵੈਦ ਦਾ ਨਾਮ ਖਰੀਦਾਸ ਲਿਖਿਆ ਹੈ ਕਿ ਖਰਦਾਸ ਵੈਦ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਮੰਜੇ ਤੇ ਲੇਟੇ ਸਨ। ਤੇ ਫਿਰ ਬੇਨਤੀ ਕਰਾਂਗਾ, ਇਸ ਅਵਸਥਾ ਨੂੰ ਵੀ ਕੇਵਲ ਉਹ ਜਾਣਦਾ ਹੈ ਜਿਹਨੂੰ ਰੱਬ ਤਰਸ ਕਰਕੇ ਇਹ ਦਾਤ ਬਖਸ਼ਦਾ ਹੈ। ਤੇ ਇੱਕ ਗੱਲ ਪੱਕੀ, ਪਰਮਾਤਮਾ ਦੇ ਰਸਤੇ ਤੇ ਜੋ ਵੀ ਚੱਲੇਗਾ, ਉਹਦੀ ਬੋਲੀ ਕੋਈ ਹੋਵੇ, ਉਹਦੀ ਸ਼ਬਦਾਵਲੀ ਕੋਈ ਹੋਵੇ, ਇਹ ਅਵਸਥਾ ਹਰ ਬੰਦੇ ਤੇ ਮਿਲਾਪ ਤੋਂ ਪਹਿਲਾਂ ਜ਼ਰੂਰ ਹੁੰਦੀ ਹੈ। ਉਹ ਬੈਰਾਗ ਦੀ ਅਵਸਥਾ ਹੈ। ਸਿਆਣੇ ਕਹਿੰਦੇ ਆ ਕਿ ਜਿਸ ਸੁਹਾਗਨ ਨੇ, ਜਿਸ ਬੀਬੀ ਨੇ ਜਾਂ ਭੈਣ ਨੇ, ਧੀ ਨੇ, ਮਾਂ ਨੇ ਆਪਣੀ ਗੋਦ ਵਿੱਚ ਸੰਤਾਨ ਦੀ ਆਵਾਜ਼ ਸੁਣਨੀ ਹੈ, ਜਿਨੇ ਸੰਤਾਨ ਨੂੰ ਲੋਰੀਆਂ ਦੇਣੀਆਂ ਨੇ, ਉਹਦੇ ਵਾਸਤੇ ਲਾਜ਼ਮੀ ਹੈ ਕਿ ਉਹਨੂੰ ਪ੍ਰਸੂਤ ਦੀ ਪੀੜਾ ਵਿੱਚੋਂ ਨਿਕਲਣਾ ਪਏਗਾ। ਪ੍ਰਸੂਤ ਦੀ ਪੀੜਾ ਤੋਂ ਬਿਨਾ ਸੰਤਾਨ ਦੀ ਦਾਤ ਨਹੀਂ। ਸੱਚ ਇਹ ਵੇ ਬਿਰਹਾ ਦੀ ਪੀੜਾ ਤੋਂ ਬਿਨਾ ਰੱਬ ਦੇ ਮਿਲਾਪ ਦੀ ਦਾਤ ਨਹੀਂ। ਮਹਾਰਾਜ ਜੀ ਤੇ ਸਮਾਂ ਆਇਆ ਤੇ ਉਸ ਵਕਤ ਤੇ ਘਟਨਾ ਵਾਪਰੀ ਤੇ ਸਤਿਗੁਰੂ ਮਹਾਰਾਜ ਵਿਸ਼ਰਾਮ ਕਰ ਰਹੇ ਸਨ। ਤੇ ਜਦੋਂ ਹਰਦਾਸ ਜੀ ਆਏ, ਉਹਨਾਂ ਨੇ ਸਿਰਫ ਨਬਜ਼ ਪਕੜੀ, ਕਿਉਂਕਿ ਪੁਰਾਣੇ ਸਮੇਂ ਇਹੋ ਜਿਹਾ ਸਿਸਟਮ ਨਹੀਂ ਸੀ। ਆਪ ਸਭ ਨੂੰ ਪਤਾ ਹੈ, ਟੈਸਟ ਕਰੋ, ਅੱਜ ਵੀ ਜਿਹੜੇ ਸੂਝਵਾਨ ਪੁਰਾਣੇ ਵੈਦ ਮਿਲਣਗੇ, ਉਹ ਕਿਸੇ ਐਕਸਰੇ ਤੇ ਨਿਰਭਰ ਨਹੀਂ ਕਰਦੇ। ਸਾਡੀਆਂ ਅੱਖਾਂ, ਸਾਡੀ ਜੀਭ, ਸਾਡੀ ਨਬਜ਼, ਇਹਨੂੰ ਦੇਖ ਕੇ ਉਹਨੇ ਨਬਜ਼ ਪਕੜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠ ਕੇ ਬੈਠ ਗਏ। ਹਜ਼ੂਰ ਨੇ ਬੜੀ ਧੀਮੀ ਆਵਾਜ਼ ਵਿੱਚ ਪੁੱਛਿਆ, ਵੈਦ ਜੀ ਆਪਨੇ ਮੇਰੇ ਹੱਥ ਨੂੰ ਕਿਉਂ ਪਕੜਿਆ? ਉਹਦਾ ਉੱਤਰ ਸੀ, ਨਾਨਕ ਤੁਹਾਨੂੰ ਕੋਈ ਨਾ ਕੋਈ ਰੋਗ ਹੈ। ਤੁਹਾਡਾ ਪਰਿਵਾਰ ਦੱਸਦਾ ਤੁਸੀਂ ਬੋਲਦੇ ਨਹੀਂ, ਜ਼ਿਆਦਾ ਖਾਂਦੇ ਨਹੀਂ, ਨੀਂਦ ਵੀ ਨਹੀਂ, ਇਕੱਲ ਵਿੱਚ ਰਹਿੰਦੇ ਹੋ।
मैं उस रोग नूं पहचानण आया जिहड़ा शरीर दे विच है। महाराज जी नूं ते शब्द क्या कहन लगे, दर्द एक उठदी है पर वो दर्द शरीर दा रोग नहीं है, चीज कलेजे दी, पर वो दर्द है रब नूं मिलन दे मिलाप तो पहला बिरखा दे रोग दी। महाराज दा श्लोक है कि वैद बुलाया वैदगी, पकड़ टंडोले बां, भोला वैद ना जानी करक कलेजे माहे। ये हार्ट अटैक नहीं, याद रखियो। इत्थे करक कलेजे माहे दा अर्थ है वो दर्द जिहड़ी प्रभु तेरे विछोड़े विचों पैदा हुई। इहदे मैं इस सीधे जे अर्थ एक साडे जी सज्जन ने इहदे उर्दू विच तर्जमा कीता इस श्लोक दा, जिहड़ा असीं पढ़ने आ, वैद बुलाया वैदगी, पकड़ टंडोले बां, भोला वैद ना जानी कल करक कलेजे माहे। वो लिखते ने कि वैद ने जब नब्ज देखी तो आपने फौरन कहा। ਇਹਦਾ ਤਰਜਮਾ ਹੈ ਮਾਨੂੰ ਕੋਈ ਨੇ ਖਵਾਜਾ ਦਿਲ ਮੁਹੰਮਦ, ਉਹਨਾਂ ਨੇ ਜਪਜੀ ਸਾਹਿਬ ਦਾ ਤਰਜਮਾ ਉਰਦੂ ਦੀ ਨਜ਼ਮ ਵਿੱਚ ਕੀਤਾ ਹੈ। ਉਹਨਾਂ ਨੇ ਸੁਖਮਨੀ ਸਾਹਿਬ ਦਾ ਤਰਜਮਾ ਵੀ ਉਰਦੂ ਦੀ ਨਜ਼ਮ ਵਿੱਚ ਕੀਤਾ ਹੋਇਆ। ਇਹ ਅੱਜ ਕੱਲ ਮਿਲ ਜਾਂਦਾ ਜੀ ਬਾਜ਼ਾਰ ਵਿੱਚੋਂ, ਪਰ ਲਿਪੀ ਜਿਹੜੀ ਹੈ ਉਹ ਅਸੀਂ ਪੰਜਾਬੀ ਵਿੱਚ ਪੜ੍ਹ ਸਕਾਂਗੇ। ਉਹਨਾਂ ਨੇ ਅਰਥ ਇਹਦਾ ਇਉਂ ਕਹਿਲਾ कीता तर्जुमा कि वैद ने जब नब्ज देखी तो आपने फौरन कहा, नब्ज को क्या देखते हो, नब्ज में रखा है क्या, जिस मर्ज की जुस्तजू में, जुस्तजू का अर्थ होता खोज करना, लभना रोक की है, जिस मर्ज की जुस्तजू में नब्ज पे रखते हो हाथ, मुझे दर्द इश्क है और इश्क है मौला के साथ। फिर समझो, जिस मर्ज की जुस्तजू में नब्ज पे रखते हो हाथ, मुझे दर्द इश्क है और इश्क है मौला के साथ। असी सिर्फ इन्ना को बचन पढ़ के कहने भी वैद नूं ये क्या नहीं प्यारिओ। इस श्लोक तो बिना फिर बाबा जी ने दुखां दी व्याख्या की। इस नूं सुनियो, ये किहड़े दुख भंजन ने जी। हजूर ने बख्शिश की, उन्हां क्या वैद आ मैं तेनू दसां ਇਹ ਸੰਸਾਰ ਕਿੰਨਾ ਦੁੱਖਾਂ ਨਾਲ ਪੀੜਿਤ ਹੈ। ਅੱਜ ਤੋਂ ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਕਹੇ ਤੇ ਅੱਜ ਵੀ ਉਹ ਬਚਨ ਢੁਕਦੇ ਆ। ਉਹਨਾਂ ਨੇ ਦੁੱਖ ਤਿੰਨ ਨਹੀਂ ਕਹੇ, ਸਤਿਗੁਰੂ ਨੇ ਕਿਹਾ ਚਾਰ ਦੁੱਖਾਂ ਨੇ ਧਰਤੀ ਨੂੰ ਗਰਸਿਆ ਹੋਇਆ ਹੈ। ਸਭ ਤੋਂ ਪਹਿਲਾ ਦੁੱਖ ਗੁਰੂ ਨਾਨਕ ਸਾਹਿਬ ਨੇ ਵਿਛੋੜੇ ਨੂੰ ਦੱਸਿਆ। ਸੁਣਿਓ ਇਹ ਦੁੱਖ ਭੰਜਨ ਕਿਵੇਂ ਹੈ ਨਾਮ। ਸਭ ਤੋਂ ਪਹਿਲਾ ਦੁੱਖ ਮਹਾਰਾਜ ਜੀ ਨੇ ਕਿਹਾ ਵਿਛੋੜਾ। ਸਿਰਫ थोड़ी जी मैनू गुरमुखो एकाग्रता बख्श दो। दूजा दुख है महाराज जी ने क्या मन दियां इच्छावां, मन दी भुख, तन दी भुख नहीं मैं कह रहा, मन दी भुख। तीसरा दुख वो कहंदे आ कि सिर उत्ते मौत दी लटकदी कोई तलवार के मरना है, ये तीजा दुख है। ते चौथा दुख गुरु नानक साहब कहंदे आ कि शरीर नूं लगियां होईयां बीमारियां। ये चार दुख बाबा जी ने कहे। सतगुरु ने फरमाया दुख विछोड़ा, एक दुख भूख। सुनियो दुख भंजन किस नूं किया, जिथे विछोड़ा उथे दुख है प्यारिओ। ये चाहे तुसी तत्तां दा लै लो, परिवारां दा लै लो, शरीरां दा लै लो, जिस थां ते विथ पै जाएगी, विछोड़ा पेगा, उथे कदी खुशी नहीं रहिंदी, उथे दुख ही हुंदा है, उथे पीड़ा है। थोड़ियां जिहियां उदाहरणां मैं आप जी नूं बाणी चों देना कि देखो, हालांकि इहदा विछोड़े दा दुख जिहड़ा है ये आत्मा दा विछोड़ा किया गया। महाराज ने फरमाया दुख विछोड़ा, जिस थां ते विछोड़ा उत्थे दुख है। साडे नेड़े मंदिरां विच असीं देखने संख पूरे जांदे आ। पहलां गुरुद्वारियां विच भी संख पूरदे सन जी। एक मैं आप जी नूं बेनती करदे आ कि पंथक रवायत अनुसार ਜਿਹੜਾ ਗੁਰਦੁਆਰਾ ਬਣਦਾ ਹੈ ਨਾ, ਭਾਵੇਂ ਮਹੱਲੇ 'ਚ ਹੋਵੇ ਕਿਤੇ ਹੋਵੇ, ਉਹਦੀਆਂ ਪੰਜ ਨਿਸ਼ਾਨੀਆਂ ਹੁੰਦੀਆਂ ਨੇ। ਬਿਲਡਿੰਗ ਕਦੀ ਗੁਰਦੁਆਰਾ ਨਹੀਂ ਹੁੰਦੀ। ਹਾਂ ਇੱਕ ਗੱਲ ਮੈਂ ਇੱਥੇ ਹੋਰ ਕਲੀਅਰ ਕਰ ਦਿਆਂ ਕਿ ਉਹ ਥਾਂ ਪੂਜਨਯੋਗ ਹੋ ਜਾਂਦੀ ਹੈ ਜਿੱਥੇ ਗੁਰੂ ਚਰਨ ਪਾ ਦਿੰਦਾ ਹੈ। ਹੁਣ ਬੜੀ ਮੈਂ ਤੁਸੀਂ ਪ੍ਰਬੰਧਕ ਵੀਰ ਬੈਠੇ ਹੋ, ਮੈਂ ਖੁੱਲ੍ਹ ਕੇ ਗੱਲ ਕਰਨੀ, ਹੋ ਸਕਦਾ ਕਈਆਂ ਨੂੰ ਮਨਮਤ ਲੱਗੇ। ਅਸੀਂ ਉੱਪਰ ਮੱਥਾ ਟੇਕਿਆ ਨਾ ਭਾਈ ਸਾਹਿਬ ਜੀ, ਤੇ ਤੁਸੀਂ ਸਾਰੇ ਥੱਲੇ ਜਾ ਕੇ ਮੱਥਾ ਟੇਕ ਦਿਓ,
ਟੇਕਦੇ ਹੋ ਨਾ, ਇੱਥੇ ਕਿਹਨੂੰ ਮੱਥਾ ਟੇਕਿਆ? ਗੁਰੂ ਗ੍ਰੰਥ ਸਾਹਿਬ ਨੂੰ। ਥੱਲੇ ਕਿਹਨੂੰ ਟੇਕਨੇ ਆ? ਜਿਸ ਥਾਂ ਤੇ ਮਹਾਰਾਜ ਸ਼ਹੀਦ ਹੋਏ ਨਾ, ਉਹ ਹੈ ਨਾ। ਅਸੀਂ ਥੱਲੇ ਸਰੂਪ ਰੱਖੇ, ਕਿਉਂ ਰੱਖਿਆ? ਇਸ ਤਰ੍ਹਾਂ ਹੀ ਹੈ ਨਾ ਜੀ। ਇਸ ਮੈਂ ਤੁਹਾਨੂੰ ਦੱਸਣ ਲੱਗਾ ਨਾ, ਉਹ ਇਸ ਕਰਕੇ ਡਰਦਿਆਂ ਰੱਖਿਆ ਵੀ ਕੱਲੇ ਥਾਂ ਦੀ ਪੂਜਾ ਨਾ ਹੋ ਜਾਏ। ਯਾਦ ਰੱਖਿਓ, ਕੋਈ ਥੱਲੇ ਸਰੂਪ ਨੂੰ ਮੱਥਾ ਨਹੀਂ ਟੇਕਣ ਜਾਂਦਾ, ਥੱਲੇ ਉਸ ਥਾਂ ਨੂੰ ਮੱਥਾ ਟੇਕਣ ਜਾਂਦਾ ਜਿੱਥੇ ਗੁਰੂ ਤੇਗ ਬਹਾਦਰ ਦਾ ਖੂਨ ਡੁੱਲਿਆ। ਤੁਸੀਂ ਸਰੂਪ ਨਾ ਵੀ ਰੱਖੋਗੇ, ਥਾਂ ਪਵਿੱਤਰ ਰਹੇਗਾ। ਮੈਂ ਤਾਂ ਕਿਹਾ ਵੀ ਹੋ ਸਕਦਾ ਮੇਰੀ ਗੱਲ ਨੂੰ ਕਈ ਮਹਿਸੂਸ ਕਰਨ। ਪ੍ਰਕਾਸ਼ ਉੱਤੇ ਹੋਇਆ ਹੈ। ਯਾਦ ਰੱਖੋ, ਨਾਨਕ ਮਤੇ ਗੁਰੂ ਹਰਗੋਬਿੰਦ ਸਾਹਿਬ ਗਏ ਆ, ਪਰ ਉੱਥੇ ਪ੍ਰਕਾਸ਼ ਨਹੀਂ ਸੀ, ਸਿਰਫ ਗੁਰੂ ਨਾਨਕ ਦੇ ਪਿੱਪਲ ਦੇ ਥੱਲੇ ਚਰਨ ਪਏ ਸਨ। ਮਹਾਰਾਜ ਉੱਥੇ ਗਏ, ਜਿਸ ਥਾਂ ਤੇ ਗੁਰੂ ਬੈਠ ਜਾਏ, ਜਿੱਥੇ ਖੂਨ ਦੇ ਕਤਰੇ ਡੁੱਲੇ ਹੋਣ ਪਿਆਰਿਓ, ਉਹ ਥਾਂ ਵੀ ਭਾਗਾਂ ਵਾਲੀ ਹੋ ਜਾਂਦੀ ਹੈ। ਇੱਥੇ ਤੇ ਚਲੋ ਮੱਥਾ ਟੇਕਦੇ ਹੋ ਵੀ ਥੱਲੇ ਸਰੂਪ ਰੱਖੇ, ਤੁਹਾਨੂੰ ਡਰਦੇ ਆ ਕਿ ਭਾਈ ਸਾਹਿਬ ਕਿਤੇ ਉਲਟਾ ਨਾ ਬੋਲ ਜਾਣ। ਨਹੀਂ ਜੀ, ਥੱਲੇ ਅਸੀਂ ਸਰੂਪ ਰੱਖੇ। ਮੈਂ ਇਸ ਕਰਕੇ ਕਹਾ, ਪਿੱਛੇ ਆ ਖੂਹ ਕੋਲ ਕਿਉਂ ਜਾਂਦੇ ਹੋ? ਉੱਥੇ ਸਰੂਪ ਰੱਖੇ ਕਿਉਂ ਜਾਂਦੇ ਹੋ? ਬਈ ਇੰਨੇ ਸ਼ਰਦਕ ਨਾ ਬਣੋ ਸਿੱਖੋ। ਜਿਸ ਥਾਂ ਤੇ ਗੁਰੂ ਨੇ ਸਿਰ ਦੇਣ ਤੋਂ ਪਹਿਲਾਂ ਪਿੰਡੇ ਤੇ ਪਾਣੀ ਪਾਇਆ, ਤੁਸੀਂ ਅੱਜ ਵੀ ਚੁਲੀਆਂ ਉੱਥੋਂ ਲੈਂਦੇ ਪਏ। ਇਹ ਮਨਮਤ ਨਹੀਂ। ਬੰਗਲਾ ਸਾਹਿਬ ਖਲੋ ਕੇ ਅੰਦਰ ਮੱਥਾ ਟੇਕ ਕੇ ਆਉਂਦੇ ਹੋ, ਦੇਗ ਅੰਦਰੋਂ ਲੈ ਕੇ ਆਉਂਦੇ ਹੋ, ਬਾਹਰ ਖਲੋ ਕੇ ਚੁਲੇ ਕਿਉਂ ਲੈਂਦੇ ਪਏ ਹੋ? ਕਿਉਂਕਿ ਤੁਹਾਡੀ ਆਸਥਾ ਕਹਿੰਦੀ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਅੰਮ੍ਰਿਤ ਨਾਲ ਵੀ ਦੋ ਕੱਟੇ ਜਾਂਦੇ ਆ। ਮੈਂ ਇਸ ਕਰਕੇ ਬੇਨਤੀ ਕਰਾਂ ਇਹਨੂੰ, ਮਹਾਰਾਜ ਹਾਂ ਜੋੜੇ ਲਾਤੇ ਮਹਾਰਾਜ ਨੇ। ਨਾਨਕ ਮਤਾ ਸਾਹਿਬ ਗਏ ਆ, 2 ਗੁਰਦੁਆਰੇ ਆ। ਇੱਕ ਤਾਂ ਮਹਾਰਾਜ ਜੀ ਪਹਿਲੇ ਜਿੱਥੇ ਗੋਰਖ ਮਤਾ ਸੀ, ਉਹ ਨਾਨਕ ਮਤਾ ਬਣਿਆ। ਉੱਥੇ ਥਾਵਾਂ ਨੇ ਪਿੱਪਲ ਅਜੇ ਤੀਕਰਾ ਕਾਇਮ ਹੈ। 2 ਹਿੱਸਿਆਂ ਚਮਕਦਾ ਹੈ। ਇੱਕ ਹਿੱਸਾ ਜਿਹੜਾ ਸੜ ਗਿਆ ਸੀ, ਉੱਥੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਕੇਸਰ ਦੇ ਛੱਟੇ ਮਾਰੇ, ਤੇ ਅੱਜ ਤੀਕਰਾ ਪਿੱਪਲ ਦੇ ਪੱਤਿਆਂ ਤੇ ਨਿਸ਼ਾਨ ਆ ਜੀ। ਮੈਂ ਚਲੋ ਸਮੇਂ ਦੇ ਅਨੁਸਾਰ ਇੱਕ ਬੇਨਤੀ ਕਰਨੀ ਹੈ ਕਿ ਜਿੱਥੇ ਗੁਰੂ ਦੀ ਮੰਜੀ ਹੁੰਦੀ ਹੈ ਨਾ, ਗੁਰੂ ਬੈਠ ਜਾਂਦਾ ਹੈ। ਪਿਆਰਿਓ ਚੇਤੇ ਰੱਖਿਓ, ਇਸ ਥਾਂ ਨੂੰ ਕਬਰਾਂ ਨਾਲ ਤੁਲਨਾ ਨਾ ਦਿਓ। ਅਸੀਂ ਤਾਂ ਡਰਨੇ ਆ ਵੀ ਫਲਾਣੀ ਤਾਂ ਕਬਰ ਨੂੰ ਮੱਥੇ ਟੇਕਦੇ ਆ, ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਕਬਰ ਆ? ਨਹੀਂ, ਜਿੱਥੇ ਗੁਰੂ ਦੇ ਖੂਨ ਦੇ ਕਤਰੇ ਡੁੱਲੇ ਆ, ਉਹਦਾ ਇੱਕ ਇੱਕ ਜ਼ਰਾ ਜ਼ਰਾ ਜਿਹੜਾ ਸਾਨੂੰ ਆਤਮਿਕ ਜੀਵਨ ਦੀ ਸੋਝੀ ਦਿੰਦਾ ਹੈ। ਸਿਰਫ ਇੱਕ ਬੇਨਤੀ ਹੈ ਜੀ, ਜਿੱਥੇ ਵੀ ਵਿਛੋੜਾ ਹੋਵੇਗਾ, ਮੈਂ ਅਰਜ਼ ਕੀਤੀ ਕਿ ਸੰਖ ਪੂਰਿਆ ਜਾਂਦਾ ਸੀ, ਪਰ ਗੁਰਦੁਆਰੇ 'ਚ ਆਮ ਤੌਰ ਤੇ 5 ਨਿਸ਼ਾਨੀਆਂ ਨੇ, ਕੱਲੀ ਇਮਾਰਤ ਨਹੀਂ। ਸਭ ਤੋਂ ਪਹਿਲੀ ਨਿਸ਼ਾਨੀ ਹੈ ਕਿ ਗੁਰਦੁਆਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਦੂਜੀ ਨਿਸ਼ਾਨੀ ਹੈ ਕੱਲਾ ਪ੍ਰਕਾਸ਼ ਨਹੀਂ, ਭਾਵੇਂ ਸੰਗਤ ਸਵਾਈ ਹੋਵੇ, ਰੋਜ਼ਾਨਾ ਪਾਠ ਤੇ ਕੀਰਤਨ ਹੋਵੇ। ਤੀਜੀ ਨਿਸ਼ਾਨੀ ਹੈ ਉੱਥੇ ਰੋਜ਼ ਪੰਗਤ ਲੰਗਰ ਦੀ ਲੰਘਦੀ ਹੋਵੇ। ਚੌਥੀ ਨਿਸ਼ਾਨੀ ਹੈ ਦਤਾਰ ਦਾ ਨਿਸ਼ਾਨ ਝੁਲਦਾ ਹੋਵੇ। ਪੰਜਵੀਂ ਨਿਸ਼ਾਨੀ ਹੈ ਨਗਾਰਾ ਵਜਾ ਕੇ ਕਿਹਾ ਜਾਏ, ਸਿੱਖੋ ਆਓ ਹੁਣ ਦੀਵਾਨ ਸੱਜਣ ਲੱਗਾ ਹੈ, ਤੇ ਨਗਾਰਾ ਵਜਾ ਕੇ ਕਿਹਾ ਜਾਏ ਗੁਰੂ ਕਾ ਲੰਗਰ ਸਜ ਗਿਆ, ਲੰਗਰ ਛਕ ਸਕਦੇ। ਇਹ ਨਿਸ਼ਾਨੀਆਂ ਨੇ ਗੁਰਦੁਆਰੇ ਦੀਆਂ। ਮੈਂ ਆਪ ਨੂੰ ਬੇਨਤੀ ਕਰਾਂ, ਜਿਸ ਚੀਜ਼ ਦਾ ਵੀ ਵਿਛੋੜੇ ਵਰਗਾ ਦੁੱਖ ਕੋਈ ਨਹੀਂ ਜੇ ਪਿਆਰਿਓ। ਸੱਚ ਜੀ, ਜਿੰਨੀ ਦੇਰ ਤੱਕ ਮਿਲਾਪ ਹੁੰਦਾ, ਸਤਿਕਾਰ ਹੁੰਦਾ ਹੈ, ਵਿਛੋੜਾ ਪੈ ਜਾਏ ਤੇ ਘਰ ਦੇ ਵੀ ਫੂਕਣ ਤੁਰ ਪੈਂਦੇ ਆ। ਸਭ ਤੋਂ ਪਹਿਲਾ ਦੁੱਖ ਹੈ ਵਿਛੋੜਾ। ਅੱਜ ਮੈਂ ਸਿਰਫ ਸਮੇਂ 'ਚ ਰਹਿ ਕੇ ਬਿਲਕੁਲ ਬਰੀਫ, ਫਿਰ ਅੱਗੇ ਕਿਤੇ ਮੌਕਾ ਮਿਲਿਆ ਡਿਟੇਲ ਨਾਲ ਹਫਤਾ 10 ਦਿਨ ਕਿਤੇ ਰੱਬ ਨੇ ਸਬਬ ਬਣਾਇਆ ਦੁੱਖ ਕੀ ਚੀਜ਼ ਹੈ। ਹੁਣ ਦੇਖੋ ਸੰਖ ਪੂਰਿਆ ਜਾਂਦਾ ਹੈ, ਉਹਦੀ ਆਵਾਜ਼ ਬੜੀ ਡਰਾਵਣੀ ਜੀ ਲੱਗਦੀ ਹੈ ਨਾ। ਜਦੋਂ ਸੰਖ ਪੂਰਦੇ ਨੇ ਕਿੰਨੀ ਉੱਚੀ ਆਵਾਜ਼ ਆਉਂਦੀ। ਕਬੀਰ ਸਾਹਿਬ ਦੇ ਕੰਨਾਂ 'ਚ ਆਵਾਜ਼ ਪਈ। ਮੰਦਰ ਵਿੱਚ ਸੰਖ ਰੱਖਿਆ ਹੈ, ਸੰਖ ਨੂੰ ਪੁਜਾਰੀ ਰੋਜ਼ ਧੋਂਦਾ ਹੈ। ਕਈ ਤਾਂ ਰੇਸ਼ਮੀ ਰੁਮਾਲ ਵਿੱਚ ਲਪੇਟ ਕੇ ਰੱਖਦੇ ਨੇ ਮੂਰਤੀ ਦੇ ਚਰਨਾਂ 'ਚ। ਕਬੀਰ ਸਾਹਿਬ ਕਹਿੰਦੇ ਆ ਕਿੰਨਾ ਖੁਸ਼ਕਿਸਮਤ ਹੈ ਕਿ ਜਦੋਂ ਸੂਰਜ ਦੀ ਟਿੱਕੀ ਨਿਕਲਦੀ ਏ, ਤੂੰ ਆਪਣੀ ਖੁਸ਼ੀ ਦਾ ਇਜ਼ਹਾਰ ਕਰਨਾ ਹੈ। ਉਸ ਸੰਖ ਨੇ ਕਿਹਾ, ਉਹ ਭਗਤੀ ਕਰਨ ਵਾਲਿਆ, ਇਹ ਸਮਝਣ ਲਈ। ਹੁਣ ਅੱਜ ਦੇ ਤਰਕਵਾਦੀ ਕਹਿਣਗੇ ਜੀ ਸੰਖ ਬੋਲਦਾ ਹੁੰਦਾ। ਮੈਂ ਇੱਕ ਦਿਨ ਕਿਹਾ ਸੀ ਵੀ ਇੰਨੇ ਨਾ ਸੁੱਕੇ ਹੋ ਜੋ, ਕਿਉਂ ਅੱਜ ਸਵੇਰੇ ਬੰਗਲਾ ਸਾਹਿਬ ਮੈਂ ਕਰਜ਼ ਕੀਤੀ। ਮੈਂ ਕਿਹਾ ਜਿਹੜਾ ਸਿੱਖ 4 ਗੁਰੂ ਗ੍ਰੰਥ ਸਾਹਿਬ ਦੇ ਅੰਗ ਰੋਜ਼ ਕਰੇਗਾ ਨਾ, ਉਹ 1 ਸਾਲ 'ਚ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਜਾਏਗਾ। ਸਿਰਫ 4 ਅੰਗ ਮੈਂ ਕਹਿ ਰਿਹਾ, ਤੇ ਗੱਲ ਰਿਪੀਟ ਕਰ ਲੱਗਾ। ਸ਼ੁੱਧ ਪਾਠ ਕਰਨ ਵਾਲਾ ਸੱਜਣ 2 ਮਿੰਟਾਂ ਵਿੱਚ 1 ਅੰਗ ਦਾ ਪਾਠ ਕਰ ਜਾਂਦਾ, ਕਿਉਂਕਿ ਪਾਠੀ 2 ਘੰਟਿਆਂ 'ਚ 60 ਅੰਗ ਕਰਦੇ ਆ। 120 ਮਿੰਟਾਂ 'ਚ
60 अंग 2 मिनट च एक अंग का पाठ हुंदा है, बोल के करो तां प्यारिओ जे 8 मिनट सिर्फ गुरु ग्रंथ साहिब नूं बोलोगे रोज 365 दिन ने ते 4 अंग रोज करोगे 365 नूं 4 नाल ज़रब कर दिओ, पूरे एक साल भी दर्शन हो जाणगे। 8 मिनट भी आपां 24 घंटिਆਂ चों नहीं कर सकते। देखो बाणी चों मैं अर्ज कर लगा, हुण आपां कहांगे जी भाई साहब कथा कर रहे संख बोलदा हुंदा है, आ रोज कोयल कूकदी है, तुहाडे दिल्ली च भी रुखां ते कूकदी है, पर असीं नहीं कदी पुछिया त्यों काली क्यों है। फरीद ही पुछदा क्यों काली, वो बोल के दसदी क्यों काली। काली कोयल तू कित गुण काली। जदों बाणी दा उचारण करता किसे नूं गल समझांदा, वो पत्थर दे टुकड़ियां नूं ही बुलाउण लग पैंदा। महाराज ने कहा, बाबा जी ने, संख तू खुश किस्मत है, सवेरे तू खुशी का प्रगटावा करना है। संख ने क्या, नहीं मैं खुश नहीं, मैं सवेरे ढाहां मार के रोना वा। जदों पुजारी फूक मारदा मेरियां ढाहां निकलदियां ने, मैं विरलाप करना। कहणगे इन्नी उच्ची, कहंदा मैं चाहना मेरी आवाज समुंदर तक चली जाए कि मेरे वर्गे भरावो संखो समुंदर भावें खारा है, ओदियां लहरां लपेट ठोकरां भी मारन, पर अपने घर नूं कदी ना छड्डिओ। जे छड्ड दिता समुंदर तो विछड़ के मेरी तरह ढाहां ही मारनियां पैणगीਆਂ। विछोड़ा बड़ा वड्डा दुख है। अज सच्ची गल, मैं हजूर साहब ही सा पिछे अं सारे कहने नशा नशा जी, ते असी प्रचारकां नूं रज के गेड़ा बांधने प्रबंधकां। याद रखियो रागी कीर्तनियां कोई रब नहीं, उन्हें खे नहीं, सब कोई चुटकी मार के चेंज कर देने। असल च की हुंदा, जेड़ा बंदा सियासत तो गद्दी तो बाहर चला जाता है ना, उन्होंने पढ़ास कढ़न वास्ते रस्ता कोई नहीं लभदा, वो फिर अपनी पढ़ास कढ़दा। मैं उत्थे एक बेनती करी, मान लो किसी बंदे की तुसी आदत हटा भी दिओ, नशे की आदत हट गई, तुसी टीके लवाए, याद रखो गुरमुखो फिजिकल तौर ते बंदा हट जाएगा कोई दिनां लई, पर जेड़ी आदत दियां जड़ां मन विच पईयां ने ना, वो किसी वेले भी दोबारा पुंगर सकती है। पर जे किते उस आदत की थां ते शब्द की जड़ लग गई, फिर दुनिया की कोई ताकत उन्हें पटका नहीं सकती। ये एक कारण है, जिन्नी देर तक बंदे दा अंदर, अज जिन्ने धर्म ने असी भी खास करके बाहर ते जोर सारे देने पे हाँ, बाहर दे पतत पुणे नूं रोने पे हाँ, अंदर दी सुरत मेरी भी रोज पतत हुंदी, कदी इहनूं पुछिया ही नहीं। सिर्फ एक बेनती करांगा, जिथे भी विछोड़ा है उत्थे दुख है। वो बाबा जी ने आत्मा का विछोड़ा भी कहा, ते महाराज दे शब्द ने बड़े बेअंत शब्द, जिथे विछोड़ा पै जाए आखां जीवां विसरै मर जाऊं, मर जाना जदों तू विसर जाना। महाराज ने पहली गल कही जी विछोड़ा, सुनियो थोड़ा जा, ये जिथे भी आएगा ये बर्बादी करेगा। फुल विछड़ जाएगा, वो सड़ जाएगा, पानी विछड़ जाएगा, कीड़े पै जाएंगे, हर थां ते विछोड़ा जिहड़ा वो दुख है। गुरमुखो दूसरा दुख बाबा जी ने जिहड़ा दस्सिया है ना, वो साडे मन दियां इच्छावां ने। दुख विछोड़ा, एक दुख भूख। सुनियो इहनूं मैं भुख नूं पेट दे अर्थ नहीं करांगा, गुरमुखो पेट दी भुख तां कुछ भी नहीं जे। जिहड़े लोग खरबापति ने मैनूं बख्श दिया जे, पेट वास्ते डॉक्टर भी कहंदा रोटी एक ही खाई, वध खाई बीमार हो जाएगा, पर भुखा उन्हां दियां भी कोई नहीं मरियां। ढिड करके तां गोलियां विचारे खांदे पिया, मन करके तां कहंदे सारी दिल्ली मेरी हो जाए। ये भी एक बड़ा वड्डा दुख है। अंदर दियां इच्छावां, अंदर दे फुरने। मैं बेनती करांगा, जेड़े हवाई घोड़े बंदा भजांदा पिया सब कुछ मेरा कुछ, बाबा जी कहंदे आ जिस अंदर वासना की भुख पनप पैगी वो दुखी होवेगा, जिहदा मन भुखा हो जाए उहदे इंद्रे कदी रजदे नहीं हुंदे। इस नूं सुणिओ, मन भुखा है, अखां राजणगियां, ये पराया तन देखणगियां, ये कन राजणगे, पराई निंदिया सुनगे। कि साडी जबान राजैगी, ये पदार्थां दे रसां विच जरूर मस्त होवेगी। बाबा जी ने कहा दूसरी जिहड़ी भुख है ना जी, वो दुख जिहड़ा वो साडे अंदर दी भुख है। बाणी तां इत्थों तक कहंदी है कि जिहड़ी वासना दी भुख है, बंदा बीमार हो जाए, अखां दी जोत चली जाए, हस्पताल मंजे ते पिया होवे, असीं कहने आ विचारे नूं सुरत कोई नहीं, पर बाबा जी कहंदे नहीं, इहदी सुरत विच भी अजे काम दी मधानी पिरड़कदी है, क्योंकि इहदी भुख नहीं मरी। अंदर दा दुख है। दुनी चंद दा प्यो
ਸਾਰੇ ਅਸੀਂ ਪੜ੍ਹਦੇ ਹਾਂ ਨਾ ਜੀ। ਉਹ ਮਰਦੇ ਸਮੇਂ ਪਿਆ, ਗਵਾਂਢੀਆਂ ਦੇ ਘਰ ਵਿੱਚ ਮਾंस ਬਣਦਾ ਪਿਆ, ਇੱਕੋ ਹੀ ਫੁਰਨਾ ਉੱਠਿਆ ਕਿ ਜੇ ਕਿਤੇ ਮੈਂ ਖਾ ਲੈਂਦਾ ਤਾਂ। ਪਿਆ ਮਰਨ ਕਿਨਾਰੇ ਵਿੱਚ, ਸਾਡਾ ਇਤਿਹਾਸ ਹੈ। ਮੇਰੀ ਬੇਨਤੀ ਹੈ, ਸਭ ਤੋਂ ਵੱਡਾ ਦੁੱਖ ਵਿਛੋੜਾ, ਉਦੋਂ ਅਗਲਾ ਦੁੱਖ ਹੈ ਸਾਡੇ ਮਨ ਦੀ ਭੁੱਖ, ਇਹ ਕਦੀ ਨਹੀਂ ਰੱਜਦੀ। ਤੀਸਰੀ ਮੈਂ ਬੇਨਤੀ ਕਰਾਂਗਾ, ਤੀਸਰਾ ਦੁੱਖ ਹੈ ਮੌਤ ਦਾ। ਦੁੱਖ ਭੰਜਨ ਕੀ ਹੈ? ਮੌਤ ਦਾ ਦੁੱਖ ਹੈ। ਅਸੀਂ ਜਨਮ ਤੋਂ ਇਹਨੂੰ ਮਹਿਸੂਸ ਕਰਨਾ ਸ਼ੁਰੂ ਕਰਨੇ। ਇਹਨੂੰ ਸੁਣਿਓ, ਮੌਤ ਤੋਂ ਡਰਦੇ ਜ਼ਰੂਰ ਹਾਂ, ਮੌਤ ਦਾ ਦੁੱਖ ਮਹਿਸੂਸ ਕਰਨੇ ਆ, ਪਰ ਇਹ ਨਹੀਂ ਮਹਿਸੂਸ ਕਰਦੇ ਮੈਂ ਇੱਕ ਦਿਨ ਮਰ ਜਾਣਾ ਹੈ। ਫਰਕ ਹੈ ਦੋਨਾਂ 'ਚ। ਇਹ ਡਰ ਹੈ ਕਿ ਮਰ ਨਾ ਜਾਵਾਂ, ਪਰ ਇਹ ਕਿਉਂ ਨਹੀਂ ਮੰਨਦੇ ਪਏ ਮੈਂ ਇੱਕ ਦਿਨ ਮਰਨਾ ਹੈ। ਮਹਾਰਾਜ ਜੀ ਨੇ ਫਰਮਾਇਆ ਕਿ ਤੀਸਰਾ ਦੁੱਖ ਹੈ ਮੌਤ ਦਾ, ਤੇ ਜਨਮ ਤੋਂ ਸ਼ੁਰੂ ਹੁੰਦਾ ਹੈ। ਤੇ ਜਿਸ ਦਿਨ ਬੰਦਾ ਮੰਜੇ ਤੇ ਵੀ ਪਿਆ ਹੁੰਦਾ ਹੈ, ਉਦੋਂ ਵੀ ਤਰਲੇ ਲੈਂਦਾ, ਕੋਈ ਕਰੋ ਜੇ ਮੈਂ 4 ਦਿਨ ਜੀ ਸਕਾਂ ਤਾਂ। ਮਹਾਰਾਜ ਜੀ ਨੇ ਫਿਰ ਬੇਨਤੀ, ਵਿਛੋੜਾ ਦੁੱਖ, ਦੂਸਰਾ ਅੰਦਰ ਦੀ ਭੁੱਖ ਤ੍ਰਿਸ਼ਨਾਵਾਂ ਦਾ ਦੁੱਖ, ਤੀਸਰਾ ਮੈਂ ਬੇਨਤੀ ਕੀਤੀ ਮਨ ਇਹ ਮੌਤ ਦਾ ਦੁੱਖ, ਚੌਥਾ ਦੁੱਖ ਹੈ ਜਿਹੜਾ ਸਰੀਰ ਨੂੰ ਲੱਗਦੇ ਨੇ। ਇਹਨੂੰ ਬਿਮਾਰੀ ਕਹਿ ਲੋ, ਅਟੈਕ ਕਹਿ ਲੋ, ਤੁਸੀਂ ਕੋਈ ਵੀ ਦੁੱਖ ਕਹਿ ਲੋ। ਸਤਿਗੁਰੂ ਕਹਿੰਦੇ ਆ, ਵੈਦ ਲੋਕਾਂ ਨੂੰ ਸਮਝਾ, ਅਸਲੀ ਬਿਮਾਰੀ ਤਾਂ ਰੱਬ ਨੂੰ ਭੁੱਲਣਾ ਹੈ। ਮਹਾਰਾਜ ਦੇ ਸ਼ਬਦ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ दारू ਲਾਏ। ਦਰਦ ਹੋਵੇ ਦੁੱਖ ਰਹਿ ਸਰੀਰ ਐਸਾ, ਮਹਾਰਾਜ ਕਹਿੰਦੇ ਨੇ, दारू ਲਗੈ ਨਾ ਵੀਰ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੈ ਸਜਾਏ, ਵੈਦ ਨਾ